ਸਸ਼ੋਭਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਥਾਨ ਦੇ ਉੱਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਤ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਉਹਨਾਂ ਮਹਾਨ ਯੋਧਿਆਂ ਸੂਰਬੀਰਾਂ ਨੂੰ ਯਾਦ ਕਰਨ ਵਾਸਤੇ ਇਕੱਠੇ ਹੋਏ ਹਾਂ, ਜਿਨ੍ਹਾਂ ਨੇ ਜੂਨ 1984 ਦੇ ਵਿੱਚ ਭਾਰਤੀ ਫੌਜ ਦਾ ਡਟ ਕੇ ਮੁਕਾਬਲਾ ਕਰਦਿਆਂ ਸ਼ਹਾਦਤਾਂ ਦੇ ਜਾਮ ਪੀਤੇ। ਬਹੁਤ ਹੀ ਸੂਰਬੀਰ ਮਹਾਨ ਯੋਧੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਮਹਾਂਪੁਰਖ, ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ ਔਰ ਬਹੁਤ ਹੀ ਸੂਝਵਾਨ ਨੀਤੀਵਾਨ ਜਰਨਲ ਭਾਈ ਸੁਬੇਗ ਸਿੰਘ ਜੀ। ਇਹਨਾਂ ਤੋਂ ਇਲਾਵਾ ਅੱਜ ਦੇ ਦਿਨ ਜੂਨ 1984 ਦੇ ਵਿੱਚ ਇਸ ਅਸਥਾਨ ਦੇ ਉੱਤੇ ਭਾਰਤੀ ਸਟੇਟ ਦੇ ਨਾਲ ਲੜਦਿਆਂ ਬੇਅੰਤ ਸਿੱਖਾਂ ਨੇ ਸ਼ਹੀਦੀ ਦਿੱਤੀ ਹੈ, ਜਿਹਦੇ ਵਿੱਚ ਬੀਬੀਆਂ ਵੀ ਸਨ, ਬਜ਼ੁਰਗ ਵੀ ਸਨ, ਬੱਚੇ ਵੀ ਸਨ, ਨੌਜਵਾਨ ਵੀ ਸਨ। ਔਰ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਅੱਜ ਇਕੱਠੇ ਹੋਏ ਹਾਂ। ਜਿਸ ਵਕਤ ਭਾਰਤ 1947 ਦੇ ਵਿੱਚ ਭਾਰਤੀ ਲੋਕਾਂ ਦੇ ਕਹਿਣ ਮੁਤਾਬਕ ਆਜ਼ਾਦ ਹੋਇਆ, ਸਿੱਖਾਂ ਨੂੰ ਨੱਪਣ ਦੀ, ਸਿੱਖਾਂ ਨੂੰ ਕੁੱਟਣ ਦੀ ਪਾਲਿਸੀ ਜਿਹੜੀ ਹੈ ਉਸੇ ਵੇਲੇ ਤਿਆਰ ਹੋ ਗਈ ਸੀ ਔਰ ਤਿਆਰ ਕੀਤੀ ਸੀ ਜਵਾਹਰ ਲਾਲ ਨਹਿਰੂ ਨੇ ਕਿ ਇਸ ਹਿੰਦੁਸਤਾਨ ਦੇ ਅੰਦਰ, ਇਸ ਭਾਰਤ ਦੇ ਅੰਦਰ ਸਿੱਖਾਂ ਨੂੰ ਨੱਪਣਾ ਹੈ, ਸਿੱਖਾਂ ਨੂੰ ਕੁੱਟਣਾ ਹੈ, ਸਿੱਖਾਂ ਨੂੰ ਦੱਬਣਾ ਹੈ, ਆਰਥਿਕ ਤੌਰ ਤੇ ਕਮਜ਼ੋਰ ਕਰਨਾ ਹੈ, ਸਮਾਜਿਕ ਤੌਰ ਤੇ ਕਮਜ਼ੋਰ ਕਰਨਾ ਹੈ, ਧਾਰਮਿਕ ਤੌਰ ਤੇ ਕਮਜ਼ੋਰ ਕਰਨਾ ਹੈ ਔਰ ਰਾਜਨੀਤਿਕ ਤੌਰ ਤੇ ਵੀ ਕਮਜ਼ੋਰ ਕਰਨਾ ਹੈ। ਇਹ ਨੀਤੀਆਂ 1947 ਚ ਹੀ ਬਣ ਗਈਆਂ ਸੀ ਔਰ ਉਹਦਾ ਸਿੱਟਾ 1984 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ 37 ਹੋਰ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਹਮਲਿਆਂ ਦੇ ਰੂਪ ਦੇ ਵਿੱਚ ਨਿਕਲਿਆ। ਮੈਂ ਕੁਝ ਗੱਲਾਂ ਸਾਂਝੀਆਂ ਕਰਨੀਆਂ। ਇਹ ਜਿਹੜੀ ਬਾਦਸ਼ਾਹਤ ਦਾ ਸੰਕਲਪ ਹੈ ਜਾਂ ਰਾਜ ਦਾ ਸੰਕਲਪ ਹੈ, ਇਹ ਸਾਨੂੰ ਗੁਰੂ ਸਾਹਿਬਾਨ ਨੇ ਦਿੱਤਾ ਹੈ ਔਰ ਅਸੀਂ ਆਪਣੇ ਅਰਦਾਸ ਦੇ ਦੌਰਾਨ ਦੌਰੇ ਦੇ ਵਿੱਚ ਇਸ ਸੰਕਲਪ ਨੂੰ ਦੁਹਰਾਉਂਦੇ ਹਾਂ, ਰਾਜ ਕਰੇਗਾ ਖਾਲਸਾ, ਔਰ ਦੁਹਰਾਉਂਦੇ ਰਹਿਣਾ। ਜਿਹੜਾ ਸਿੱਖ ਹੈ, ਜਿਹਦੇ ਕੇਸਾਂ ਦੇ ਵਿੱਚ ਅੰਮ੍ਰਿਤ ਹੈ, ਜਿਹਦੇ ਨੇਤਰਾਂ ਦੇ ਵਿੱਚ ਅੰਮ੍ਰਿਤ ਹੈ, ਜਿਹਦੇ ਮੁਖ ਦੇ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਹੈ, ਉਹ ਰਾਜ ਦੇ ਸੰਕਲਪ ਤੋਂ ਮੁਨਕਰ ਨਹੀਂ ਹੈ ਔਰ ਨਾ ਮੁਨਕਰ ਹੋ ਸਕਦਾ ਹੈ। ਇਹ ਗੱਲ ਵੱਖਰੀ ਹੈ ਕਿ ਕੋਈ ਖੁੱਲ੍ਹੇਆਮ ਮਾਨਸਾ ਵਰਗਾ ਖੁੱਲ੍ਹੇਆਮ ਕਹਿੰਦਾ ਹੈ ਔਰ ਸਾਡੇ ਵਰਗੇ ਦੱਬੀ ਜ਼ੁਬਾਨ 'ਚ ਕਹਿ ਦਿੰਦੇ ਆ। ਅਸੀਂ ਪੜ੍ਹਦੇ ਹਾਂ ਕਿ ਰਾਜ ਕਰੇਗਾ ਖਾਲਸਾ। ਕੌਣ ਰਾਜ ਕਰੂਗਾ? ਖਾਲਸਾ ਰਾਜ ਕਰੂਗਾ। ਤੇ ਜੇ ਅਸੀਂ ਰਾਜ ਕਰਨੇ, ਰਾਜ ਲੈਣੇ, ਤੇ ਸਾਨੂੰ ਖਾਲਸਾ ਬਣਨਾ ਪਏਗਾ। ਅੱਜ ਸਾਡੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਜਿਹੜੀਆਂ ਨੇ ਉਹ ਖੜੀਆਂ ਨੇ, ਜਿਹੜੀਆਂ ਸਾਨੂੰ ਕਮਜ਼ੋਰ ਕਰ ਰਹੀਆਂ ਨੇ, ਧਾਰਮਿਕ ਤੌਰ ਦੇ ਉੱਤੇ, ਸਮਾਜਿਕ ਤੌਰ ਦੇ ਉੱਤੇ ਔਰ ਆਰਥਿਕ ਤੌਰ ਦੇ ਉੱਤੇ। ਸਾਨੂੰ ਧਾਰਮਿਕ ਤੌਰ ਦੇ ਉੱਤੇ ਕਮਜ਼ੋਰ ਕਰਨ ਵਾਸਤੇ ਪੰਜਾਬ ਦੀ ਇਸ ਧਰਤੀ ਦੇ ਉੱਤੇ ਈਸਾਈਅਤ ਦਾ ਪ੍ਰਚਾਰ ਜਿਹੜਾ ਹੈ ਬੜੇ ਜ਼ੋਰ ਸ਼ੋਰ ਦੇ ਨਾਲ ਚਲਾਇਆ ਜਾ ਰਿਹਾ ਹੈ। ਪੰਜਾਬ ਦੇ ਅੰਦਰ ਪਿੰਡ ਪਿੰਡ ਚਰਚਾਂ ਬਣ ਰਹੀਆਂ ਔਰ ਮਸੀਤਾਂ ਬਣ ਰਹੀਆਂ। ਇਹ ਸਾਡੇ ਵਾਸਤੇ ਚਿੰਤਾ ਵਾਲੀ ਗੱਲ ਹੈ, ਸਾਡੇ ਵਾਸਤੇ ਫਿਕਰ ਵਾਲੀ ਗੱਲ ਹੈ। ਮੈਂ ਸਾਰੇ ਮਹਾਂਪੁਰਖਾਂ ਨੂੰ, ਜਿੰਨੇ ਵੀ ਸਿੱਖ ਧਰਮ ਨਾਲ ਸੰਬੰਧਿਤ ਮਹਾਂਪੁਰਖ ਹੈ, ਜਿਹੜੇ ਪ੍ਰਚਾਰ ਦੀ ਸੇਵਾ ਕਰਦੇ ਰਹੇ ਨੇ, ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਇੱਕ ਵਾਰੀ ਫੇਰ ਨਿਕਲੋ। ਜਿਵੇਂ ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂਵਾਲੇ, ਜਿਵੇਂ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਜਿਵੇਂ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਇਹਨਾਂ ਨੇ ਵਹੀਰਾਂ ਘੱਤ ਕੇ ਪਿੰਡਾਂ ਦੇ ਵਿੱਚ ਪ੍ਰਚਾਰ ਕੀਤਾ ਸੀ ਤੇ ਸਿੱਖੀ ਬੁਲੰਦ ਕੀਤੀ ਸੀ। ਅੱਜ ਵੀ ਮੈਂ ਇਹਨਾਂ ਮਹਾਂਪੁਰਖਾਂ ਨੂੰ ਅਪੀਲ ਕਰੂੰਗਾ ਕਿ ਪਿੰਡਾਂ ਦੇ ਵਿੱਚ ਜਾ ਕੇ, ਖਾਸ ਤੌਰ ਤੇ ਬਾਰਡਰ ਏਰੀਏ ਦੇ ਪਿੰਡਾਂ ਦੇ ਵਿੱਚ ਜਾ ਕੇ ਸਿੱਖੀ ਨੂੰ ਮਜ਼ਬੂਤ ਕਰੋ। ਹੁਣ ਏਸੀ ਕਮਰਿਆਂ ਚੋਂ ਬਾਹਰ ਨਿਕਲਣ ਦਾ ਸਮਾਂ ਆ ਗਿਆ, ਪਿੰਡਾਂ ਦੇ ਵਿੱਚ ਜਾਣ ਦਾ ਸਮਾਂ ਆ ਗਿਆ, ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਦਾ ਸਮਾਂ ਆ ਗਿਆ।
क्योंकि जे असी धार्मिक तौर पर मजबूत ना होवांगे, असी आर्थिक तौर पर मजबूत नहीं होवांगे। असी आर्थिक तौर पर मजबूत नहीं होवांगे, असी समाजिक तौर पर मजबूत नहीं होवांगे। ते जे असी धार्मिक तौर पर कमजोर हो गए, समाजिक तौर पर कमजोर हो गए, आर्थिक तौर पर कमजोर हो गए, राजनीतिक कमजोरी नूं कोई रोक ही नहीं सकता है। राजनीतिक कमजोरी आएगी ही आएगी, और असी उन्ना राज तो दूर होवांगे जिन्ना धार्मिक तौर पर कमजोर होवांगे। सानू धार्मिक तौर पर मजबूत होने की बहुत वड्डी जरूरत है। साडा नौजवान नशियां च गिरफ्त हो रहा है, नौजवान पढ़ाई तो जिहड़ा है वो पासा वट रहा है। नौजवानों के अंदर कौमी जज्बा जिहड़ा है वो पैदा करने की अज सब तो वड्डी साध संगत की जरूरत है। एक गल मैं होर कहनी चाहना कि ये जिहड़ी सिख कौम है, ये मरदे मुजाहद धन धन साहिब श्री गुरु गोबिंद सिंह पातशाह की पैदा की, गुरु नानक साहिब सच्चे पातशाह की जिहड़ी है वो प्रज्वलित की शेरां दी कौम है। इस वार श्री अमृतसर साहब के आस पास सरकार ने बहुत वड्डा घेरा कत्तिया। सरकार भी मनदी है कि शेरां दी कौम है, क्योंकि शेरां नूं काबू करने वास्ते बड़े बड़े पिंजरे जिहड़े ने जां बड़ियां बड़ियां दीवारां खड़ियां कीतियां जांदियां। गिद्दड़ां नूं रोकण वास्ते पिंजरे खड़े करने की जरूरत नहीं पैंदी। सरकारां नूं पुछिया भी इन्ने सुरक्षा घेरे क्यों? कहंदे जी सिखां दी सुरक्षा वास्ते। और सिखां नूं सुरक्षा की लोड़ नहीं है, शेरां नूं सुरक्षा की लोड़ नहीं है। हाँ, शेरां तो सुरक्षा की लोड़ है, ते तुसीं शेरां तो सुरक्षित करने वास्ते ये जिहड़े सुरक्षा दस्ते या सुरक्षा दीवारां जिहड़ियां ने बनाईयां ने, ये सानूं दिस रहीआं ने। ते शेर जिहड़ा है, जिहड़ा गुरु गोबिंद सिंह महाराज दा पैदा कीता खालसा है, वो किसी ते नहक्का हमला नहीं करता, किसी ते बेवजह जिहड़ा है अपना पंजा नहीं मारदा, बेवजह जिहड़ा है वो किसी वाल दहाड़दा नहीं है। हाँ, कोई स्टेट का भेजिया जिहड़ा भेखी जिहड़ा है नकली दाड़ी केस ला के भावें कोई जुल्म कर जे, भावें कोई किसी ते जबर कर जे, पर जिहड़ा गुरु नानक साहिब सच्चे पातशाह का सिख है वो कदे भी जुल्म वाल जिहड़ा जुल्म रोकदा जरूर है, लेकिन जुल्म नहीं करता। मैं सिख संस्थावां नूं ये कहना चाहांगा कि अज जरूरत आ गई है, जिवें धन गुरु अंगद देव जी महाराज ने खडूर साहब की धरती के उत्ते मल अखाड़े कायम किए सी। अज गतका अकैडमियां ते गतके अखाड़े जिहड़े ने साडीआं संस्थावां गुरुद्वारा साहिबान के अंदर कायम करन, और मॉडर्न जिहड़े ने शस्त्र अभ्यास के केंद्र जिन्होंने शूटिंग रेंजां कहंदे ने वो भी कायम कीतियां जाण, कोई हरज नहीं है। साध संगत जी, जिहड़े दूसरे लोग है वो लुक छिप के जिहड़े है अपने लोगों को हथियारां की ट्रेनिंग दे रहे हैं, शस्त्रां की ट्रेनिंग दे रहे हैं। असी लुक छिप के नहीं देंगे, असी शरेआम देंगे, खुलेआम देंगे। अज वक्त आ गया, असी इकट्ठे होइए, असी अपने नौजवानों नूं नशियां तो बचा के शस्त्र अभ्यास वाले पासे लाइए, बाणी दे अध्ययन वाले पासे लाइए, और विद्या दे लई उन्हां नूं इन्ना प्रवीण कर दईए कि साडे सिख नौजवान जिहड़े मुल्क दे विच भी जाण, यहूदियां वांगू उन्हां दी इकोनॉमी नूं जिहड़ा है वो काबू कर लैण। जदों साडे नौजवान इस काबिल बन गए कि दुनिया के मुल्कां दे विच जाके उन्हां दीयां इकोनॉमीआं दब लईआं, ते साडा राज जिहड़ा है दुनिया की कोई ताकत जिहड़ी है वो रोक नहीं सकूगी। सचखंड श्री हरमंदर साहब, श्री दरबार साहब, श्री अकाल तख्त साहब ते जिन्हें भी हमला किया वो बर्बाद होया है। जिहड़ी पार्टी ने हमला किया वो बर्बाद होया है, और जिहड़े मुल्क ने साथ दिता रशिया वर्गा, उन्होंने एक निक्के जे मुल्क ने जिहड़ा हो वाणी पा रखिया है। और जिन्ना चिर पंथ की शरण दे विच आके सीस नहीं झुकाउंदे रशिया वर्गे, इन्हों टुटणों कोई नहीं बचा सकता, इन्हों डुबणों कोई नहीं बचा सकता, और इन्हों मरनों कोई नहीं बचा सकता है। ये गुरु नानक साहब का दर है, गुरु नानक साहब का घर है। अंत दे विच मैं सारियां सत्कारत पोलीटिकल पार्टियां दे, खास तौर पर सिख पार्टियां दे आगू बैठे ने, उन्हां दा धन्नवाद करदा है। आप सारी संगत का धन्नवाद, सिख जथेबंदियां संप्रदावां दा, संस्थावां दा धन्नवाद। असीं इकट्ठे होके चलीए। पिंडा बड़ा बिखड़ा है साध संगत जी, जो कला बंदा कोई पिंडे के उत्ते सफर करता है तो बहुत तंगी आउंदी है, बहुत मुसीबतों का सामना करना पैंदा है। पर जो काफले बना के बिखड़े पिंडियां दे उत्ते तुरिया जाता है, मतभेद भुला के, तो उदों बिखड़े पिंडे भी जिहड़े है वो आसान हो जाते हैं। असीं बुलंदियां छूवांगे,
गुरु दे बन जाइए। गुरु साडे नाल है, गुरु दी असीस साडे नाल है। सारी संगत दा बहुत बहुत धन्नवाद। वाहिगुरु जी का खालसा, वाहिगुरु जी की फतेह।